हेलो स्टूडेंट्स, अपना चैप्टर चल रहा बेटा इंटरफेरेंस ऑफ लाइट। इंटरफेरेंस ऑफ लाइट ਦੇ ਵਿੱਚ ਆਪਣਾ ਅੱਜ ਦਾ ਟੌਪਿਕ ਹੈ ਇੰਟਰਫੇरेंस ਇਨ ਥਿਨ ਫਿਲਮਸ। ਹੁਣ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਥਿਨ ਫਿਲਮਸ ਕੀ ਹੁੰਦੀਆਂ ਨੇ। ਦੇਖੋ ਥਿਨ ਫਿਲਮਸ ਮਤਲਬ ਫਾਈਨ ਲੇਅਰ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੀ ਹਾਂ, ਜਿਸ ਤਰ੍ਹਾਂ ਪਾਣੀ ਦੇ ਉੱਪਰ ਆਇਲ ਸਪਰੈਡ ਹੋ ਜਾਂਦਾ ਹੈ ਤਾਂ ਉਹ ਆਇਲ ਦੀ ਲੇਅਰ ਬਣ ਜਾਂਦੀ ਹੈ, ਕਿਉਂਕਿ ਆਇਲ ਮਿਕਸ ਨਹੀਂ ਹੁੰਦਾ ਵਾਟਰ ਦੇ ਵਿੱਚ। ਅਗਰ ਉਹਦੇ 'ਤੇ ਵਾਈਟ ਲਾਈਟ ਫਾਲ ਕਰਦੀ ਹੈ ਤਾਂ ਆਪਾਂ ਨੂੰ ਡਿਫਰੈਂਟ ਕਲਰਸ ਨੇ ਜਿਹੜੇ ਉਹ ਅਪੀਅਰ ਹੁੰਦੇ ਨੇ। ਉਸੇ ਤਰ੍ਹਾਂ ਕੋਈ ਮਾਈਕਾ ਦੀ ਸ਼ੀਟ ਹੈ, ਬਹੁਤ ਥਿਨ ਸ਼ੀਟ ਹੈ, ਅਗਰ ਉਹਦੇ ਉੱਪਰ ਲਾਈਟ ਫਾਲ ਕਰਦੀ ਹੈ ਸਪੈਸ਼ਲੀ ਵਾਈਟ ਲਾਈਟ, ਤਾਂ ਆਪਾਂ ਨੂੰ ਡਿਫਰੈਂਟ ਕਲਰਸ ਨੇ ਜਿਹੜੇ ਉਹ ਓਬਜ਼ਰਵ ਹੁੰਦੇ ਨੇ। ਇਹ ਸਾਰਾ ਕੁਝ ਕਿਉਂ ਹੈ? ਇਹ ਫਿਨੋਮੀਨਾ ਕੀ ਹੈ, ਕਨਸੈਪਟ ਕੀ ਹੈ? ਕਨਸੈਪਟ ਹੈ ਇੰਟਰਫੇरेंस ਆਫ ਲਾਈਟ। ਮਤਲਬ ਆਪਾਂ ਨੂੰ ਜਿਹੜੇ ਬਿਊਟੀਫੁਲ ਕਲਰਸ ਅਪੀਅਰ ਹੋ ਰਹੇ ਨੇ ਦੈਟ ਆਰ ਡਿਊ ਟੂ ਇੰਟਰਫੇरेंस ਆਫ ਲਾਈਟ। ਕਲੀਅਰ ਹੈ? ਸੋ ਥਿਨ ਫਿਲਮਸ ਦਾ ਮਤਲਬ ਹੈ ਕਿ ਇੱਕ ਮੀਡੀਅਮ ਦੇ ਉੱਪਰ ਕੋਈ ਦੂਸਰੇ ਮੀਡੀਅਮ ਦੀ ਫਾਈਨ ਲੇਅਰ ਦਾ ਬਣਨਾ, ਜਾਂ ਉਹਦਾ ਅਗਰ ਉਹਦੇ 'ਤੇ ਲਾਈਟ ਫਾਲ ਕਰਦੀ ਹੈ, ਵਾਈਟ ਲਾਈਟ ਫਾਲ ਕਰਦੀ ਹੈ, ਤਾਂ ਉਹਦਾ ਸ਼ੋਅ ਕਰਨਾ ਡਿਫਰੈਂਟ ਕਲਰਸ ਨੂੰ, ਉਹਨੂੰ ਦੈਟ ਇਜ਼ ਡਿਊ ਟੂ ਇੰਟਰਫੇरेंस। ਤਾਂ ਇੰਟਰਫੇरेंस ਦੇ ਵਿੱਚ ਮੈਕਸਿਮਾ ਮਿਨੀਮਾ ਦੀਆਂ ਕੰਡੀਸ਼ਨਸ ਕੀ ਬਣਨਗੀਆਂ। ਪਲੱਸ ਦੇਖੋ ਜਦੋਂ ਇੱਕ ਮੀਡੀਅਮ 'ਤੇ ਲਾਈਟ ਫਾਲ ਕਰਦੀ ਹੈ ਤਾਂ ਉਹਦਾ ਕੁਝ ਪਾਰਟ, ਜਿਸ ਤਰ੍ਹਾਂ ਤੁਹਾਨੂੰ ਇਹ ਡਾਇਗਰਾਮ ਦਿਖ ਰਹੀ ਹੈ, ਆ ਤੁਹਾਡੇ ਕੋਲ ਇੱਕ ਮੀਡੀਅਮ ਪਿਆ, ਕੋਈ ਏਅਰ ਤੋਂ ਉਸ ਮੀਡੀਅਮ 'ਤੇ ਲਾਈਟ ਫਾਲ ਕਰ ਰਹੀ ਹੈ ਤਾਂ ਉਹਦਾ ਕੁਝ ਪਾਰਟ ਤਾਂ ਰਿਫਲੈਕਟ ਹੋ ਗਿਆ, ਬਟ ਕੁਝ ਪਾਰਟ ਰਿਫਰੈਕਟ ਹੋ ਗਿਆ। ਜਦੋਂ ਇਹ ਇਸ ਬਾਉਂਡਰੀ 'ਤੇ ਪਹੁੰਚੂਗਾ ਤਾਂ ਫਰਦਰ ਇਹਨੇ ਬਾਹਰ ਆਉਣਾ ਹੈ ਔਰ ਇੱਥੋਂ ਕੁਝ ਪਾਰਟ ਨੇ ਰਿਫਲੈਕਟ ਹੋਣਾ ਹੈ। ਇਹ ਰਿਫਲੈਕਟਿਡ ਪਾਰਟ ਅਗੇਨ ਰਿਫਰੈਕਟ ਹੋਊਗਾ ਅਤੇ ਇਸ ਤਰ੍ਹਾਂ ਮਤਲਬ ਸੋਨ ਮਲਟੀਪਲ ਰਿਫਲੈਕਸ਼ਨਸ ਨੇ ਜਿਹੜੀਆਂ ਉਹ ਹੋਣਗੀਆਂ। ਜਿਸ ਤਰ੍ਹਾਂ ਮੈਂ ਤੁਹਾਨੂੰ ਪਿੱਛੇ ਡਿਵੀਜ਼ਨ ਆਫ ਐਂਪਲੀਟਿਊਡ ਦਾ ਆਰਟੀਕਲ ਦੱਸਿਆ ਸੀ ਵੀ ਡਿਵੀਜ਼ਨ ਆਫ ਐਂਪਲੀਟਿਊਡ ਕੀ ਹੈ, ਸਿੰਗਲ ਰੇ ਆ ਰਹੀ ਹੈ, ਉਹ ਮਲਟੀਪਲ ਉਹਦੀਆਂ ਰਿਫਲੈਕਸ਼ਨਸ ਹੋ ਰਹੀਆਂ ਨੇ, ਮਲਟੀਪਲ ਰਿਫਰੈਕਸ਼ਨਸ ਹੋ ਰਹੀਆਂ। ਇੱਧਰ ਆਪਣਾ ਜਿਹੜਾ ਸਾਰਾ ਬਣਦਾ ਸਿਸਟਮ ਦੈਟ ਇਜ਼ ਰਿਫਲੈਕਟਿਡ ਲਾਈਟ। ਮਤਲਬ ਇੱਧਰ ਜੋ ਅਸੀਂ ਓਬਜ਼ਰਵ ਕਰਾਂਗੇ ਦੈਟ ਇਜ਼ ਡਿਊ ਟੂ ਰਿਫਲੈਕਟਿਡ ਲਾਈਟ। ਔਰ ਅਗਰ ਅਸੀਂ ਇੱਧਰ ਸਟੱਡੀ ਕਰਦੇ ਹਾਂ, ਇਹ ਸਾਰਾ ਕੀ ਹੈ, ਇਹ ਸਾਰਾ ਟਰਾਂਸਮਿਟਿਡ ਪੋਰਸ਼ਨ ਹੈ ਔਰ ਇਹ ਅਲੱਗ-ਅਲੱਗ ਸਟੱਡੀ ਕੀਤੇ ਜਾਂਦੇ ਨੇ, ਰਿਫਲੈਕਟਿਡ ਸਿਸਟਮ ਐਂਡ ਟਰਾਂਸਮਿਟਿਡ ਸਿਸਟਮ। ਹੁਣ ਦੇਖੋ ਜੋ ਆਪਣਾ ਐਂਡ ਰਿਜ਼ਲਟ ਆਊਗਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਹਾਂ ਐਂਡ ਰਿਜ਼ਲਟ ਕੀ ਆਊਗਾ। ਐਂਡ ਰਿਜ਼ਲਟ ਆਊਗਾ ਕਿ ਅਗਰ ਇੱਥੇ ਮੈਕਸਿਮਾ ਬਣ ਰਿਹਾ ਹੈ ਤਾਂ ਫਿਰ ਟਰਾਂਸਮਿਟਿਡ ਪੋਰਸ਼ਨ ਦੇ ਵਿੱਚ ਮਿਨੀਮਾ ਬਣੂਗਾ। ਮਤਲਬ ਜਿਹੜੇ ਫਰਿੰਜਿਸ ਬਣ ਰਹੇ ਨੇ, ਅਗਰ ਇੱਥੇ ਬ੍ਰਾਈਟ ਫਰਿੰਜਿਸ ਬਣ ਰਹੇ ਨੇ ਤਾਂ ਇੱਥੇ ਫਿਰ ਡਾਰਕ ਫਰਿੰਜਿਸ ਬਣਨਗੇ। ਮਤਲਬ ਇੱਥੇ ਜੋ ਕੰਡੀਸ਼ਨ ਓਬਜ਼ਰਵ ਹੋਣਗੀਆਂ ਉਹਦੀਆਂ ਓਪੋਜ਼ਿਟ ਕੰਡੀਸ਼ਨਸ ਟਰਾਂਸਮਿਟਿਡ ਲਾਈਟ ਦੇ ਵਿੱਚ ਓਬਜ਼ਰਵ ਹੋਣਗੀਆਂ। ਤਾਂ ਆਪਣੇ ਰਿਜ਼ਲਟ ਨੇ ਜਿਹੜੇ ਉਹ ਰਿਫਲੈਕਟਿਡ ਤੇ ਟਰਾਂਸਮਿਟਿਡ ਸਿਸਟਮ ਦੇ ਕੰਪਲੀਮੈਂਟਰੀ ਆਉਣਗੇ, ਇੱਕ ਦੂਜੇ ਦੇ ਆਪੋਜ਼ਿਟ ਆਉਣਗੇ। ਜੋ ਇਹਦਾ ਮੈਕਸਿਮਾ ਹੋਊਗਾ ਉਹ ਇਹਦਾ ਮਿਨੀਮਾ ਪੁਆਇੰਟ ਬਣੂਗਾ, ਅਗਰ ਇਹਦਾ ਮਿਨੀਮਾ ਪੁਆਇੰਟ ਹੈ ਤਾਂ ਉਹ ਮੈਕਸਿਮਾ ਪੁਆਇੰਟ ਬਣੂਗਾ। ਇਸ ਤਰ੍ਹਾਂ ਦੇ ਆਪਣੇ ਰਿਜ਼ਲਟਸ ਨੇ ਜਿਹੜੇ ਉਹ ਪ੍ਰੋਡਿਊਸ ਹੋਣਗੇ। ਹੁਣ ਦੇਖੋ ਆਪਾਂ ਪਾਥ ਡਿਫਰੈਂਸ ਸਪੋਜ਼ ਇਨੀਸ਼ੀਅਲੀ ਅਸੀਂ ਰਿਫਲੈਕਟਿਡ ਸਿਸਟਮ ਦੇਖ ਰਹੇ ਹਾਂ, ਇੱਕ ਰੇ ਆ ਜਾ ਰਹੀ ਹੈ, ਇੱਕ ਰੇ ਸੈਕਿੰਡ ਰੇ ਇਹ ਜਾ ਰਹੀ ਹੈ। ਹੁਣ ਇਹਨਾਂ ਦੋਨਾਂ ਦੇ ਵਿੱਚ ਪਾਥ ਡਿਫਰੈਂਸ ਹੈ। ਪਾਥ ਡਿਫਰੈਂਸ ਕਿਉਂ ਹੈ? ਕਿਉਂਕਿ ਇਹ ਰੇ ਤਾਂ ਸਿੱਧੀ ਆ ਗਈ, ਬਟ ਜਿਹੜੀ ਇਹ ਵਾਲੀ ਰੇ ਹੈ ਕਿੰਨਾ ਟਰੈਵਲ ਕਰਕੇ ਆ ਰਹੀ ਹੈ, ਇਹ ਮੀਡੀਅਮ 'ਚ ਗਈ, ਮੀਡੀਅਮ ਤੋਂ ਮੀਡੀਅਮ 'ਚ ਹੀ ਰਿਫਲੈਕਟ ਹੋਈ, ਫਿਰ ਇਹ ਰਿਫਰੈਕਟ ਹੋਈ। ਦੈਟ ਮੀਨਸ ਕਿ ਇਸ ਰੇ ਤੇ ਇਸ ਰੇ ਦੇ ਵਿੱਚ ਪਾਥ ਡਿਫਰੈਂਸ ਪ੍ਰੋਡਿਊਸ ਹੋਊਗਾ। ਤਾਂ ਇਨੀਸ਼ੀਅਲ ਜਿਹੜਾ ਸਾਡਾ ਸਟੈਪ ਹੈ ਉਹ ਇਹੀ ਹੈ ਕਿ ਜਿਹੜੇ ਬੀਮਸ ਆਪਸ 'ਚ ਇੰਟਰਫੇरेंस ਕਰ ਰਹੇ ਨੇ ਉਹ ਬੀਮਸ ਦੇ ਵਿੱਚ ਜਿਹੜਾ ਪਾਥ ਡਿਫਰੈਂਸ ਹੈ ਉਹਨੂੰ ਕੈਲਕੂਲੇਟ ਕਰਨਾ। ਤਾਂ ਪਾਥ ਡਿਫਰੈਂਸ ਦੇਖੋ ਆਪਾਂ ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ। ਰੇ ਇੰਸੀਡੈਂਟ ਹੋਈ, ਰਿਫਲੈਕਟਿਡ ਹੋਈ, ਰਿਫਰੈਕਟ ਹੋਈ, ਇੱਥੋਂ ਫਿਰ ਇਸ ਬਾਉਂਡਰੀ 'ਤੇ ਰਿਫਲੈਕਟ ਹੋ ਕੇ ਰਿਫਰੈਕਟ ਹੋਈ। ਠੀਕ ਹੈ, ਤਾਂ ਜਦੋਂ ਆਪਾਂ ਐਂਗਲ ਕੱਢਣੇ ਹੁੰਦੇ ਆ ਆਪਾਂ ਨੋਰਮਲ ਡਰਾ ਕਰਦੇ ਹੁੰਦੇ ਆ। ਇਹ ਆਪਣਾ ਐਂਗਲ ਆਫ ਇੰਸੀਡੈਂਸ ਹੁੰਦਾ, ਇਹ ਆਪਣਾ ਐਂਗਲ ਆਫ ਰਿਫਰੈਕਸ਼ਨ ਹੁੰਦਾ। ਠੀਕ ਹੈ ਜੀ, ਆ ਆਪਣਾ ਐਂਗਲ ਆਫ ਰਿਫਲੈਕਸ਼ਨ, ਆ ਐਂਗਲ ਆਫ ਰਿਫਰੈਕਸ਼ਨ, ਇਹ ਧਿਆਨ ਰੱਖਣਾ ਹੈ। ਠੀਕ ਹੈ ਜੀ, ਤਾਂ ਇਹ ਵਾਲੀ ਰੇ ਦੇਖ ਰਹੇ ਸੀ ਆਪਾਂ ਕਿ ਇਹਦਾ ਪਾਥ ਡਿਫਰੈਂਸ ਕਿੰਨਾ ਹੈ। ਦੇਖੋ ਇਹ ਮੀਡੀਅਮ 'ਚੋਂ ਹੋ ਕੇ ਆਈ, ਮੀਡੀਅਮ ਤੋਂ ਹੋ ਕੇ A ਤੋਂ B 'ਤੇ ਪਹੁੰਚੀ, ਅਤੇ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਕਿੰਨਾ ਹੈ, N। ਇਸ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਨੂੰ ਆਪਾਂ ਲਿਖ ਰਹੇ ਸਮਾਲ n ਦੇ ਨਾਲ। ਕਲੀਅਰ ਹੈ? ਉਸ ਤੋਂ ਬਾਅਦ ਇਹ B ਤੋਂ A ਡੈਸ਼ 'ਤੇ ਗਈ, ਬਟ ਸੇਮ ਮੀਡੀਅਮ 'ਚ ਗਈ, ਇਸ ਕਰਕੇ ਆਪਾਂ ਨੇ ਲਿਖਿਆ NAB ਪਲੱਸ B ਡੈਸ਼ A। ਮਾਈਨਸ ਕੀ ਕਰਨਾ ਹੈ, ਮਾਈਨਸ AL ਕਰਨਾ ਹੈ, ਕਿਉਂਕਿ ਆਪਾਂ ਨੇ ਪਾਥ ਡਿਫਰੈਂਸ ਕੱਢਣਾ ਸੀ। ਹੁਣ ਇਹ ਰੇ ਤੇ ਇਹ ਰੇ ਦੇ ਵਿੱਚ ਕੀ ਹੈ, ਇਹ ਰੇ ਦੇਖੋ ਤੁਹਾਨੂੰ ਲੰਬੀ ਅਪੀਅਰ ਹੋ ਰਹੀ ਹੈ। ਆਪਾਂ ਅਗਰ ਡਿਸਟੈਂਸ ਲੈਂਥ ਵਾਈਜ਼ ਹੀ ਦੇਖ ਲਈਏ ਇਹ ਸ਼ਾਰਟ ਹੈ,
ਤਾਂ ਪਾਥ ਡਿਫਰੈਂਸ ਦਾ ਕੱਢਣ ਦਾ ਤਰੀਕਾ ਕੀ ਹੁੰਦਾ ਕਿ ਤੁਸੀਂ ਇੱਕ ਪਰਪੈਂਡੀਕੂਲਰ ਡਰਾ ਕਰ ਲਓ, ਮਤਲਬ ਇਕੁਅਲ ਆਪਾਂ ਨੇ ਕੱਟ ਕਰ ਲਿਆ। ਪਰਪੈਂਡੀਕੂਲਰ ਡਰਾ ਕਰਨ ਦਾ ਮਤਲਬ ਹੈ ਕਿ ਇਕੁਅਲ ਕੱਟ ਕਰ ਲਿਆ, ਇਹਦਾ ਇਹ ਐਕਸਟਰਾ ਪੋਰਸ਼ਨ ਹੈ, ਤਾਂ ਇਹਦੇ 'ਚੋਂ ਆਪਾਂ ਨੂੰ ਇਹ ਕੀ ਕਰਨਾ ਪਊਗਾ, ਮਾਈਨਸ ਕਰਨਾ ਪਊਗਾ। ਪਰ ਕਿਉਂਕਿ ਆਪਾਂ ਇਹ ਏਅਰ ਕੰਸੀਡਰ ਕਰ ਰਹੇ ਹਾਂ ਤਾਂ ਇਹਦਾ ਰਿਫਰੈਕਟਿਵ ਇੰਡੈਕਸ ਹੈ ਜਿਹੜਾ 1 ਹੁੰਦਾ ਏਅਰ ਦਾ। ਕਲੀਅਰ ਹੈ? ਤਾਂ ਦੋਨੋਂ ਬੀਮਸ ਦੇ ਵਿੱਚ ਜਿਹੜਾ ਪਾਥ ਡਿਫਰੈਂਸ ਹੈ ਉਹ ਕੀ ਹੋਊਗਾ, ਕਿਉਂਕਿ ਇਸ ਰੇ ਨੇ ਐਕਸਟਰਾ ਡਿਸਟੈਂਸ ਟਰੈਵਲ ਕੀਤੀ AB ਡੈਸ਼ ਇਨ ਦਾ ਮੀਡੀਅਮ ਵਿਦ ਰਿਫਰੈਕਟਿਵ ਇੰਡੈਕਸ N, ਤੇ ਇਹਦਾ ਐਕਸਟਰਾ ਪਾਥ ਕੀ ਹੋ ਗਿਆ AL, ਉਹ ਆਪਾਂ ਇਹਦੇ ਵਿੱਚੋਂ ਕੀ ਕਰਾਂਗੇ, ਮਾਈਨਸ ਕਰ ਦਾਂਗੇ। ਹੁਣ ਆਪਣਾ ਪਰਪਸ ਕੀ ਹੈ ਕਿ ਇਸ ਜਿਹੜੀ ਇਹ ਜਿਓਮੈਟਰੀਕਲ ਇੱਕ ਡਾਇਗਰਾਮ ਬਣ ਗਈ, ਇਸ ਡਾਇਗਰਾਮ ਤੋਂ ਆਪਾਂ ਨੇ AB ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, B ਡੈਸ਼ A ਦੀ ਕਰਨੀ ਹੈ, AL ਦੀ ਕਰਨੀ ਹੈ, ਤੇ ਇਸ ਦੇ ਵਿੱਚ ਆਪਾਂ ਨੇ ਪੁੱਟ ਕਰ ਦੇਣੀ ਹੈ। ਇਹਦਾ ਮਤਲਬ ਜਦੋਂ ਅਸੀਂ AB ਦੀ ਵੈਲਿਊ ਕੱਢਣੀ ਹੈ ਤਾਂ ਆਪਾਂ ਟ੍ਰਾਇੰਗਲ ABM ਦੇਖਦੇ ਹਾਂ, ABM ਇਹਦੇ 'ਚ BM/AB cos R ਦੇ ਬਰਾਬਰ ਹੈ, ਕਿਉਂਕਿ ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਹੁੰਦਾ, ਬੇਸ ਹੋ ਗਿਆ, ਹਾਈਪੋਟੇਨੀਅਸ ਹੋ ਗਿਆ। ਸੋ ABM 'ਚ ਅਗਰ ਅਸੀਂ cos R ਦੇਖੀਏ ਤਾਂ cos R BM/AB ਹੋ ਗਿਆ। ਹੁਣ ਕਿਉਂਕਿ AB ਤੇ BA ਡੈਸ਼ ਇਕੁਅਲ ਹੋਣਗੇ, ਕਿਉਂਕਿ ਇਹ ਜਿਓਮੈਟਰੀ ਬੋਲਦੀ ਹੈ, ਕਿਉਂਕਿ R ਸੇਮ ਐਂਗਲ ਨੇ, ਇਸ ਕਰਕੇ ਇਹਨਾਂ ਨੂੰ ਬਣਾਉਣ ਵਾਲੀਆਂ ਸਾਈਡਸ ਵੀ ਨੇ ਜਿਹੜੀਆਂ ਉਹ ਇਕੁਅਲ ਹੋਣਗੀਆਂ। AB is equal to BA dash, so BM/cos R is equal to T/cos R। देखो बेटा की कितना ਆਪਾਂ ਨੇ ਇੱਥੇ ਆਪਣੀ ਵੈਲਿਊ ਆ ਚੱਲਦੀ ਆ ਰਹੀ ਸੀਗੀ, AB is equal to BA dash ਹੈ, it is equal to cos R ਨੀਚੇ ਲਿਆਂਦਾ ਆਪਾਂ ਨੇ ਤਾਂ BM/cos R ਬਣ ਗਿਆ। ਹੁਣ ਇਹ BM ਕੀ ਹੈ, BM ਆ ਫਿਲਮ ਦੀ ਥਿਕਨੈਸ ਹੈ, ਇਹ ਜਿਹੜਾ ਹੈ ਇਹ ਫਿਲਮ ਹੈ, ਇਹ ਕੋਈ ਵੀ ਜਿਹੜੀ ਥਿਨ ਫਿਲਮ ਬਣ ਰਹੀ ਹੈ ਉਹ ਫਿਲਮ ਹੈ, ਤੇ ਉਹਦੀ ਥਿਕਨੈਸ ਕਿੰਨੀ ਹੈ, T ਹੈ। ਤਾਂ ਆਪਣੇ ਕੋਲੇ ਕੀ ਬਣ ਗਿਆ, T/cos R ਬਣ ਗਿਆ। ਸਿਮਿਲਰਲੀ ਇਸ ਡਾਇਗਰਾਮ 'ਚੋਂ ਆਪਾਂ ਸਾਈਨ R ਦੇਖਦੇ ਹਾਂ, ਸਾਈਨ R ਫਿਰ ਕੀ ਹੋਊਗਾ, AM/AB, AM/AB ਇਜ਼ ਇਕੁਅਲ ਟੂ ਸਾਈਨ R। AM ਕਿੰਨਾ ਬਣ ਗਿਆ, AB ਸਾਈਨ R। AB ਦੀ ਵੈਲਿਊ ਆਪਾਂ ਨੇ ਕਿੰਨੀ ਫਾਈਂਡ ਆਊਟ ਕੀਤੀ ਹੈ, T/cos R। ਸੋ AM ਆਪਣੇ ਕੋਲ ਕੀ ਬਣ ਗਿਆ, T tan R ਬਣ ਗਿਆ। ਕਲੀਅਰ ਹੈ? ਤਾਂ ਆਪਾਂ ਨੇ AM ਦੀ ਇੱਕ ਵੈਲਿਊ ਹੈ ਜਿਹੜੀ ਉਹ ਫਾਈਂਡ ਆਊਟ ਕਰ ਲਈ, T tan R। ਸਿਮਿਲਰਲੀ ਆਪਾਂ ਟ੍ਰਾਇੰਗਲ ਦੇਖਦੇ ਹਾਂ AA-L, ਇਹਦੇ 'ਚ ਵੀ ਐਂਗਲ ਆਫ ਇੰਸੀਡੈਂਸ ਹੈ, ਠੀਕ ਹੈ ਜੀ। ਤਾਂ ਇਸ ਟ੍ਰਾਇੰਗਲ ਦੇ ਵਿੱਚ ਸਾਈਨ I ਹੈ ਜਿਹੜਾ, ਸਾਈਨ I ਕੀ ਬਣੂਗਾ ਆਪਣੇ ਕੋਲ, ਪਰਪੈਂਡੀਕੂਲਰ ਅਪੋਨ ਹਾਈਪੋਟੇਨੀਅਸ, AL/AA ਡੈਸ਼, AL/AA ਡੈਸ਼। ਸੋ AA ਡੈਸ਼ ਕੀ ਆ ਗਿਆ ਆਪਣੇ ਕੋਲ, AA ਡੈਸ਼ ਨੂੰ ਆਪਾਂ ਦੇਖੀਏ ਤਾਂ ਉਹ ਐਕਚੁਅਲੀ 'ਚ ਡਬਲ ਆਫ AM ਹੈ, ਕਿਉਂਕਿ ਇਹ ਨਾਰਮਲ ਡਰਾ ਕੀਤਾ ਹੁੰਦਾ ਬੇਟਾ, ਪਰਪੈਂਡੀਕੂਲਰ ਡਰਾ ਕੀਤਾ ਹੋਇਆ ਹੁੰਦਾ। ਤਾਂ AA ਡੈਸ਼ ਆਪਣੇ ਕੋਲ ਕੀ ਹੈ, 2 ਟਾਈਮਸ ਆਫ AM ਹੈ। AM ਦੀ ਵੈਲਿਊ ਆਪਣੇ ਕੋਲ ਕੀ ਹੈ, tan R ਹੈ, ਤਾਂ ਇਹ ਕੀ ਬਣ ਗਿਆ, 2T tan R ਬਣ ਗਿਆ, 2T tan R ਬਣ ਗਿਆ। ਤਾਂ AL ਜਿਹੜਾ ਹੈ ਆਪਣੇ ਕੋਲ, AL ਕੀ ਸੀਗਾ, AL ਦੇਖੋ ਸਾਈਨ I AA ਡੈਸ਼ ਹੈ, ਸਾਈਨ I AA ਡੈਸ਼ ਦੀ ਵੈਲਿਊ ਕਿੰਨੀ ਹੈ, 2T tan R, 2T tan R ਸਾਈਨ I। ਤਾਂ ਆਪਾਂ ਦੇਖੋ AB ਦੀ ਵੈਲਿਊ ਫਾਈਂਡ ਆਊਟ ਕਰ ਚੁੱਕੇ ਹਾਂ, AB ਦੀ ਵੈਲਿਊ T/cos R, ਕਿਉਂਕਿ AB ਤੇ BA ਡੈਸ਼ ਬਰਾਬਰ ਨੇ ਤਾਂ ਇਹਦੀ ਵੈਲਿਊ ਵੀ T/cos R। ਸੈਕਿੰਡਲੀ ਆਪਾਂ ਨੇ ਫਾਈਂਡ ਆਊਟ ਕਰਨਾ ਸੀ AL ਦੀ ਵੈਲਿਊ 2T tan R ਸਾਈਨ I। ਤੇ ਸਾਰਾ ਕੁਝ ਆਪਾਂ ਨੇ ਕਿੱਥੇ ਪੁੱਟ ਕਰਨਾ ਹੈ, ਦੇਖੋ 1 ਨੰਬਰ 'ਚ AB ਪੁੱਟ ਕਰਨਾ ਹੈ, BA ਡੈਸ਼ ਪੁੱਟ ਕਰਨਾ ਹੈ, AL ਪੁੱਟ ਕਰਨਾ ਹੈ। ਤਾਂ ਇਹ ਸਾਰੀਆਂ ਵੈਲਿਊਜ਼ ਆਪਾਂ ਨੇ ਪੁੱਟ ਕਰਤੀਆਂ, ਠੀਕ ਹੈ ਜੀ। ਜਦੋਂ ਆਪਾਂ ਪੁੱਟ ਕਰ ਰਹੇ ਹਾਂ T/cos R 2T/cos R ਆ ਗਿਆ, ਮਾਈਨਸ 2T tan R ਸਾਈਨ I, ਤੇ 2 and T ਆਪਾਂ ਨੇ ਕਾਮਨ ਫਾਈਂਡ ਆਊਟ ਕਰ ਲਿਆ, 1/cos R ਬਚ ਗਿਆ। ਇਹਦੇ 'ਚ ਵੀ 2T ਆਪਾਂ ਨੇ ਬਾਹਰ ਕੱਢਿਆ, N ਹੈ ਨਹੀਂ ਸੀ ਇਸ ਕਰਕੇ N ਇਹਦੇ 'ਚ ਨੀਚੇ ਆ ਗਿਆ, tan R ਸਾਈਨ I/N ਬਣ ਗਿਆ। ਬਟ N ਰਿਫਰੈਕਟਿਵ ਇੰਡੈਕਸ ਦੇ ਬੇਟਾ ਦੇਖੋ, ਰਿਫਰੈਕਟਿਵ ਇੰਡੈਕਸ ਡਿਫਰੈਂਟ ਟਰਮਸ ਦੇ ਵਿੱਚ ਪੜ੍ਹਦੇ ਆ। ਰਿਫਰੈਕਟਿਵ ਇੰਡੈਕਸ ਦੇ 3-4 ਅਲੱਗ-ਅਲੱਗ ਫਾਰਮੂਲੇ ਨੇ। ਰਿਫਰੈਕਟਿਵ ਇੰਡੈਕਸ ਦਾ 2 ਮੀਡੀਅਮ ਦੇ ਰਿਫਰੈਕਟਿਵ ਇੰਡੈਕਸ ਦੇ ਹਿਸਾਬ ਨਾਲ ਵੀ ਰਿਲੇਸ਼ਨ ਹੈ, ਠੀਕ ਹੈ। ਸਨੈਲਸ ਲਾ ਵੀ ਹੈਗਾ ਇਹਦਾ, ਵੈਸੇ ਇਹਨੂੰ ਵੇਵ ਲੈਂਥ ਦੀ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। ਇਸ ਤਰ੍ਹਾਂ 3-4 ਅਲੱਗ-ਅਲੱਗ ਰਿਲੇਸ਼ਨਸ ਨੇ, ਤਾਂ ਇੱਥੇ ਆਪਾਂ ਸਨੈਲਸ ਲਾ ਦੇ ਅਕੋਰਡਿੰਗ ਯੂਜ਼ ਕਰ ਰਹੇ ਹਾਂ। ਰਿਫਰੈਕਟਿਵ ਇੰਡੈਕਸ ਇਜ਼ ਇਕੁਅਲ ਟੂ ਸਾਈਨ I/ਸਾਈਨ R। ਕਲੀਅਰ ਹੈ? ਸੋ ਆਪਣਾ ਪਾਥ ਡਿਫਰੈਂਸ ਕੀ ਹੋ ਗਿਆ, 2NT 1/cos R। ਇੱਥੇ ਆਪਾਂ N ਦੀ ਆ ਵਾਲੀ ਵੈਲਿਊ ਪੁੱਟ ਕਰਤੀ ਰਿਫਰੈਕਟਿਵ ਇੰਡੈਕਸ ਦੀ, ਸਾਈਨ I/ਸਾਈਨ R। 1/cos R ਮਾਈਨਸ, ਦੇਖੋ ਇੱਥੇ ਕੁਝ ਵੈਲਿਊਜ਼ ਕੈਂਸਲ ਹੋ ਜਾਣਗੇ, ਜਿਸ ਤਰ੍ਹਾਂ ਸਾਈਨ ਨਾਲ ਸਾਈਨ ਕੈਂਸਲ ਹੋ ਜਾਊਗਾ। ਉਰੇ ਤੁਸੀਂ ਸਾਈਨ R/cos R ਕਰੋਗੇ ਤਾਂ ਇਹ ਸਾਈਨ ਸਕੇਅਰ R/cos R ਬਣ ਜਾਊਗਾ। ਸੋ 2NT cos R LCM ਆ ਗਿਆ,
तो अपने कोल बन गया ये 1 माइनस साइन स्केयर आर, इत्थे स्केयर नहीं आना, 1 माइनस साइन स्केयर आर बन गया, कॉस स्केयर आर पॉन कॉस स्केयर आर, एक दे नाल एक कैंसल हो गया, 2 एंटी कॉस आर आ गया। दैट मीनस कि अपने कोल जिहड़ा पाथ डिफरेंस है वो 2 एंटी कॉस आर आ गया। बेटा ये आर्टिकल बहुत इंपॉर्टेंट है और इसका रिजल्ट बड़ा इंपॉर्टेंट है। उसका रीज़न है कि अगले जिहड़े आपां 3-4 एक्सपैरीमेंटल टॉपिक करने ने, अगले 3-4 एक्सपैरीमेंटल टॉपिक ने जिन्हां दे एक्सपैरीमेंट भी करदे आपां लैब्स दे विच, तां उन्हां दे विच रिजल्ट डायरैक्ट यूज़ होऊगा। तो तुहानूं दिमाग 'च रखना पऊगा कि जदों एक मीडियम थिन फिल्म्स बन रही ने, स्पैशली थिन फिल्म्स, ध्यान रखना थिन फिल्म्स के केस च पाथ डिफरेंस 2 एंटी कॉस आ रहा है फॉर रिफ्लैक्टिड लाइट, ठीक है जी। पर इत्थे एक करैक्शन करन दी ज़रूरत है। करैक्शन ये है क्योंकि इत्थे जिहड़ी रे है वो रेयर टू डेंसर जा रही है, तो रेयर टू डेंसर जदों वो जा रही है तो एडिशनल फेज डिफरेंस है जिहड़ा वो क्रिएट हुंदा है पाई दा। तो जे एडिशनल फेज डिफरेंस पाई का क्रिएट होंदा है तो उत्थे पाथ डिफरेंस λ/2 का होंदा है। ये आप पिछले आर्टिकल दे विच प्रूव किया सीगा। सो क्योंकि इत्थे भी रेयर टू डेंसर जा रही है तो अपना जिहड़ा पाथ डिफरेंस सी AL, जिहड़ा अपना पाथ डिफरेंस सी AL वो एक्चुअली च AL नहीं है, वो AL प्लस λ/2 बनूगा। AL प्लस λ/2। देखो ये तो बेटा ए वाली रे तो इस मीडियम चो पास कर रही सी, ये जिहड़ा पाथ डिफरेंस है ये एक्चुअली च AL नहीं है, ये कितना बन गया, ये AL प्लस λ/2 आपां नूं इहदे च ऐड करना पऊगा। दैट मीनस कि जदों असीं उरे AL प्लस λ/2 करते हैं तो अल्टीमेटली वो माइनस का λ/2 बन जूगा। अल्टीमेटली वो की बन जूगा, माइनस का λ/2 बन जूगा। तो ये चीज़ का बेटा इत्थे ध्यान रखना है। कई बच्चे उरे की करते हैं, उरे नूं प्लस कर देंगे ने, प्लस नहीं होना क्योंकि शुरू च अपना पाथ डिफरेंस है AL प्लस λ/2। ये λ/2 जदों आपां इस इक्वेशन दे विच पुट कर रहे हैं क्योंकि इत्थे ऑलरेडी माइनस साइन सी, तां करके अपना उरे की आ गया, माइनस आ गया। दैट मीनस कि अगर तुसी रिफ्लैक्टिड लाइट दे विच थिन फिल्म्स दे लई सिस्टम देख रहे हो तो वह पाथ डिफरेंस 2 एंटी कॉस आर माइनस λ/2 आऊगा। तो आप इहदी मैक्सिमा ते मिनिमा दी कंडीशनस कढदे हां। मैक्सिमा का आपां नूं इंटरफेरेंस पता है कि पाथ डिफरेंस शुड बी इंटैग्रल मल्टीपल ऑफ वेवलैंथ होना चाहिए, ठीक है, ये भी स्टैंडर्ड कंडीशन है। तो 2 एंटी कॉस आर λ/2 λ/2 आप इधर ले जाके प्लस कर देंगे। तो जो आप λ/2 प्लस करांगे कहने मतलब वो कॉमन कढ़ लिया, तो λ/2 कॉमन कढ़न तो बाद साडे कोल इक्वेशन की बन गई 2p + 1 बन गई। उत्ते पी का ऑर्डर की है, पी दी वैल्यूज़ आप 0 1 2 3 ऑर्डर ध्यान रखना बेटा 0 1 2 3 0 तो असी शुरू कर सकते हैं। मिनिमा का मतलब की है, मिनिमा का मतलब है कि पाथ डिफरेंस शुड बी ऑड इंटैग्रल मल्टीपल ऑफ वेवलैंथ होना चाहिए। तो उरे 2p - 1 λ/2 किया होया है। देखो बेटा जनरली आप उरे +1 करते हैं, ठीक है जी, अपने फार्मूले च आप उरे +1 करते होंगे आ, ठीक है। उरे पर जो असीं +1 करते हैं तो साडी इक्वेशन की सिमिट्री नहीं बनती, होर कोई फर्क नहीं है। इक्वेशन सिमिट्रिकल बनाने के लिए इन्हें 2p - 1 λ/2 ले लिया। तो वो फिर की होगा, बस वो सिर्फ ऑर्डर चेंज हो जाऊगा कि वो ऑर्डर 0 तो नहीं होगा, वो ऑर्डर 1 2 3 तो हो जाऊगा। मान लो असी उरे 2p + 1 कर लेंगे, फिर वो अपना ऑर्डर 0 तो शुरू हो जाता। तो ये थोड़ा जा उरे इस चीज़ का तुसीं ध्यान रखना है इस पॉइंट पर। तो λ/2 जो उधर जाके प्लस होगा तो λ/2 नाल λ/2 कैंसल होकर साढ़े कोल p λ बन जूगा। जे असीं उरे प्लस लै लेंदे तो साढ़े कोल इहदी नैक्सट टर्म आनी सी जिहदे करके इक्वेशन च सिमिट्री नहीं बनती। तो इक्वेशन नूं सिमिट्रिकल रखण दे लई उरे 2p - 1 λ/2 लिता है। तो ये अपनी इंटरफेरेंस इन थिन फिल्म मैक्सिमा की कंडीशन और मिनिमा की कंडीशन क्लीयर है। देखो हुण एक्चुअली जो तुसीं ध्यान नाल देखो सिंपल इंटरफेरेंस जदों असीं देखदे हां तो ये अपनी मिनिमा की कंडीशन होंदी है, जो उरे अचीव होंदी है अपनी मैक्सिमा की कंडीशन होंदी है। तो ये उल्ट गईयां, ठीक है जी, ध्यान रखना है। मैक्सिमा की कंडीशन की बन गई,
मैक्सिमा की कंडीशन हुण आ वाली बन गई 2 NT cos r इज इक्वल टू 2p + 1 लैमडा बाय 2। r एंगल ऑफ रिफ्रैक्शन p ऑर्डर हो गया, लैमडा वेवलेंथ हो गई, एंड रिफ्रैक्टिव इंडेक्स हो गया। सिमिलरली मिनिमा के लिए की हो गया 2 NT cos r इज इक्वल टू p लैमडा बन गया। क्लीयर है जी। ये रिफ्लैक्टिड लाइट सिस्टम सी। उसी तरह देखो बेटा तुहाडियां बुक्स दे विच ट्रांसमिटेड लाइट के लिए दिता होया है। जिस तरह अपनी ये वाली डायग्राम तो बनी इधर नूं, ट्रांसमिटेड सिस्टम च देखोगे तुसीं यही डायग्राम इधर नूं बन जूगी। बस फर्क की होगा कि जिहड़ा आपां एडिशनल पाथ डिफरेंस देख रहे हैं लैमडा बाय 2 वो इस केस च ऐड नहीं होना। वो क्यों नहीं होना? क्योंकि इत्थे लाइट डेंसर टू रेयरर जा रही है, इस करके उरे कोई भी एडिशनल फेज डिफरेंस या पाथ डिफरेंस क्रिएट नहीं होना। वैसे ये चीज़ का ध्यान रखना है। बाकी जो तुसीं इहनूं पढ़ोगे ये सारी दी सारी डेरीवेशन थोड़ी सेम उस तरह की है जिस तरह की आपां रिफ्लैक्टिड सिस्टम के लिए पढ़ रहे हैं। तो छोड़ रही हैं बेटा मैं, तुसीं अपने आप करनी है ही। रिफ्लैक्टिड सिस्टम तो ट्रांसमिटेड सिस्टम, रिफ्लैक्टिड मैं कराता, ट्रांसमिटेड तुसीं अपने आप करोगे और ध्यान रखोगे कि इहदियां जो कंडीशनस आउणगियां वो अपने रिफ्लैक्टिड सिस्टम के अपोजिट होणगियां। क्लीयर है जी। उस तो बाद बेटा देखो तुहाडियां बुक्स दे विच ना कुछ छोटे छोटे टॉपिक ने, वो टॉपिक्स के बेस ते अपने जिवें शॉर्ट आंसर क्वेश्चनस बन जाते हैं। जिवें इहदे चों फर्स्ट क्वेश्चन है नीड फॉर एक्सटेंडेड सोर्स फॉर इंटरफेरेंस ऑफ डिवीजन बाय एंपलीट्यूड। मतलब ये कहते कि जो तुसीं डिवीजन ऑफ एंपलीट्यूड का कॉन्सैप्ट यूज़ करते हो, हुण जिवें थिन फिल्म्स आपां ने कीतियां ने, थिन फिल्म्स दे विच भी आपां किहड़ा मोड यूज़ कर रहे हैं? डिवीजन ऑफ एंपलीट्यूड ही कर रहे हैं। जिस तरह मैं तुहानूं पिछले लैक्चरस दे विच बेटा ये चीज़ दसी सी कि आपां इंटरफेरेंस दो तरीक़िਆਂ दे नाल करा सकते हैं, या तो डिवीजन ऑफ एंपलीट्यूड है या डिवीजन ऑफ वेव फ्रंट है। जिवें यंग डबल स्लिट एक्सपैरीमेंट सी बाय डिवीजन ऑफ वेव फ्रंट, और अपना जिहड़ा ये वाला सिस्टम सीगा ये इंटरफेरेंस इन थिन फिल्म्स दैट इज़ बाय डिवीजन ऑफ एंपलीट्यूड। तो कहते जो असी डिवीजन ऑफ एंपलीट्यूड का कॉन्सैप्ट यूज़ करते हैं उदों सानू एक एक्सटेंडिड सोर्स की ज़रूरत क्यों पैंदी है? एक्सटेंडिड मतलब एक बड़े लार्ज सोर्स की ज़रूरत क्यों पैंदी है? उत्थे असी पॉइंट सोर्स क्यों नहीं यूज़ करते जिस तरह कि असी दूजे अपना डिवीजन ऑफ वेव फ्रंट च करते हैं। देखो ये कहता पॉइंट सोर्स दे विच की प्रॉब्लम आती है। जिवें हुण एक पॉइंट सोर्स पे है, ये सोर्स अपनियां दो रेज इन्हें दित्तियां, ये दो रेज तो जिहड़ियां रेज बन रही ने इन्हां दा एंगल जिहड़ा है वो इन्ना कि एक दूजे तो मतलब डिफरेंट हो जाता है, या पैरलर रेज ने एक दूजे तो इन्हां दा डिस्टेंस ज़्यादा हो जाता है। तो उहदे नाल आपां नूं की प्रॉब्लम आती है कि जे असी सारी फिल्म नूं देखना है, असी साइमल्टेनियसली सारी फिल्म नूं ऑब्जर्व नहीं कर सकते, सानू अपनी आईज़ नूं मूव कराना पऊगा। मतलब पहला असी इत्थे देखांगे, फिर असी इस पॉइंट ते देखांगे, उस तो बाद नैक्सट जिहड़ियां बन रही उन्हां नूं देखांगे। कहण दा मतलब यही है कि एक पॉइंट सोर्स दे विच थोड़ी जी प्रॉब्लम यही आती है कि रेज दी जिहड़ी स्प्लिटिंग है या रेज इस तरह मतलब अगे जाके रिफ्लैक्ट होंदियां ने या रिफ्रैक्ट होंदियां ने कि उहदा जिहड़ा फील्ड ऑफ व्यू है वो लार्ज बन जाता है, तो सानू अपनी आईज़ नूं घुमाना पैंदा है। उस प्रॉब्लम नूं रिमूव करन दे लई कहंदे कि एक एक्सटेंडिड सोर्स ऑफ लाइट यूज़ कर लिता जाए जिहदे डिफरेंट पॉइंट्स तो लाइट आऊगी, तो वो डिफरेंट पॉइंट्स तो लाइट जो आऊगी वो इस तरह आपस च कन्वर्ज कर जाती हुंदी है कि वो फिर उन्होंने आपां लैंस के थ्रू फोकस करवा सकते हैं। देखो जिस तरह डायग्राम बनी हुई है, ये रेज इस तरह कन्वर्ज कर रही ने या एक लैंस की हैल्प के नाल, क्योंकि इत्थे सानू फिर लैंस भी बहुत बड़ा चाहिए होगा, क्योंकि ये इन्हां च डिस्टेंस बाय नेचर है जिहड़ा जोमैट्रिकली डिस्टेंस वो इनक्रीज हो जाता है। तो इत्थे लैंस के नाल असीं फोकस करवा सकते हैं। तो इत्थे जिहड़ा साडी आई है वो साइमल्टेनियसली काफ़ी पार्ट है जिहड़ा फिल्म का उन्होंने ऑब्जर्व कर लूगी एट ए टाइम, इस करके सानू एक्सटेंडिड सोर्स की जिहड़ी वो ज़रूरत पैंदी है। उस तो बाद देखो बेटा एक क्वेश्चन है लोकलाइज्ड फ्रिंजिज, जिवें छोटी जी डेफिनेशन आ जाती है। मैं तुहानूं लोकलाइज्ड फ्रिंजिज दस रही की हुंदे ने। मान लो जो साडे कोल पैरलर रेज आ रही ने, तो पैरलर रेज नूं असीं ये कहने कि वो रेज इनफिनिटी तो आ रही ने, तो जे रेज पैरलर ने इनफाइनाइट मतलब असीं कह रहे हो इनफिनिटी तो आ रही ने तो वर्चुअल फ्रिंजिज बनांदियां ने, तो असीं बोलांगे कि वो फ्रिंजिज की ने, वो लोकलाइज्ड फ्रिंजिज ने। बस असीं दी डेफिनेशन करनी है। तो बेटा ध्यान नाल सुनो,
ਜਿਸ ਤਰ੍ਹਾਂ ਆਪਾਂ ਲੈਬ ਦੇ ਵਿੱਚ ਵੀ ਤੁਸੀਂ ਐਕਸਪੈਰੀਮੈਂਟ ਕਰੋਗੇ ਹੁਣ ਜਦੋਂ ਵੀ ਆਪਣੇ ਕਾਲਜ ਖੁੱਲ੍ਹਣਗੇ ਐਕਸਪੈਰੀਮੈਂਟਸ ਨੇ ਮੋਸਟਲੀ ਡਾਰਕ ਰੂਮ ਦੇ ਨੇ, ਅਤੇ ਡਾਰਕ ਰੂਮ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਲ ਇੱਕ ਬਾਕਸ ਹੁੰਦਾ ਹੈ, ਉਹਦੇ 'ਚ ਸਿਰਫ ਇੱਕ ਛੋਟਾ ਜਿਹਾ ਹੋਲ ਹੁੰਦਾ ਹੈ ਜਾਂ ਛੋਟੀ ਜਿਹੀ ਸਲਿੱਟ ਹੁੰਦੀ ਹੈ, ਆਪਾਂ ਉਹਦੇ ਅੰਦਰ ਬਲਬ ਲਗਾਉਂਦੇ ਹਾਂ ਅਤੇ ਉਹ ਸਲਿੱਟ ਦੇ ਥਰੂ ਆਪਾਂ ਸਾਰੇ ਐਕਸਪੈਰੀਮੈਂਟ ਕਰਦੇ ਹਾਂ। ਅਤੇ ਉੱਥੇ ਕਈ ਐਕਸਪੈਰੀਮੈਂਟ ਜਿਵੇਂ ਅਸੀਂ ਟੈਲੀਸਕੋਪ ਦੇ ਨਾਲ ਕਰਦੇ ਹਾਂ। ਹੁਣ ਟੈਲੀਸਕੋਪ ਤਾਂ ਆਪਾਂ ਦੂਰ ਦੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਕਰਦੇ ਹਾਂ, ਫਿਰ ਅਸੀਂ ਲੈਬ ਦੇ ਵਿੱਚ ਉਹਨੂੰ ਕਿਉਂ ਯੂਜ਼ ਕਰ ਰਹੇ ਹਾਂ ਬਹੁਤ ਨੇੜੇ ਦੀ ਚੀਜ਼ ਨੂੰ ਦੇਖਣ ਦੇ ਲਈ। ਉਹਦਾ ਰੀਜ਼ਨ ਹੈ ਕਿ ਬੇਟਾ ਉਹ ਜਿਹੜੀਆਂ ਰੇਜ਼ ਆਉਂਦੀਆਂ ਨਾ ਸਲਿੱਟ ਤੋਂ, ਉਹਨਾਂ ਨੂੰ ਆਪਾਂ ਪੈਰਲਰ ਰੇਜ਼ ਕੰਸੀਡਰ ਕਰਦੇ ਹਾਂ, ਅਤੇ ਪੈਰਲਰ ਰੇਜ਼ ਹਮੇਸ਼ਾ ਇਨਫਿਨਿਟੀ 'ਤੇ ਹੀ ਇਨਫਿਨਿਟੀ ਤੋਂ ਆ ਰਹੀਆਂ ਕੰਸੀਡਰ ਕਰਦੇ ਆਪਾਂ। ਇਸ ਕਰਕੇ ਨਾ ਫਰਿੰਜਿਸ ਨੂੰ ਨਾਮ ਦਿੱਤਾ ਜਾਂਦਾ ਲੋਕਲਾਈਜ਼ਡ ਫਰਿੰਜਿਸ। ਇਹ ਧਿਆਨ ਰੱਖਣਾ ਤੁਸੀਂ, ਠੀਕ ਹੈ ਜੀ। ਤਾਂ ਇੱਥੇ ਬੇਟਾ ਦੇਖੋ ਨੈਕਸਟ ਜਿਹੜਾ ਆਰਟੀਕਲ ਹੈ ਨੈਕਸਟ ਹੈ ਨੋਨ ਰਿਫਲੈਕਟਿੰਗ ਫਿਲਮ। ਇਹ ਤੁਹਾਨੂੰ ਮੈਂ ਨੈਕਸਟ ਲੈਕਚਰ ਦੇ ਵਿੱਚ ਕਰਵਾਉਂਗੀ। ਇੱਥੇ ਟੌਪਿਕ ख़त्म ਕਰ ਰਹੀ ਹਾਂ ਮੈਂ। ਥੈਂਕਸ ਅ ਲੋਟ।